Hello students, as you know, we have been starting the first lesson named value of money. Students, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਜੋ ਫਸਟ ਲੈਸਨ ਹੈ ਜਿਸ ਦਾ ਨੇਮ ਹੈ ਵੈਲਿਊ ਆਫ ਮਨੀ, ਇਹ ਅਸੀਂ ਰੀਡ ਕਰਨਾ ਸ਼ੁਰੂ ਕੀਤਾ ਹੋਇਆ ਹੈ। ਇਸ ਲੈਸਨ ਦੀ ਜੋ ਰੀਡਿੰਗ ਹੈ ਉਸ ਨੂੰ ਅਸੀਂ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ। ਫਸਟ ਐਂਡ ਸੈਕੰਡ ਪਾਰਟ। ਫਸਟ ਪਾਰਟ ਰਿਲੇਟਡ ਅਸੀਂ ਵੀਡੀਓ ਆਲਰੇਡੀ ਬਣਾ ਚੁੱਕੇ ਹਾਂ। ਜੋ ਇਸ ਦਾ ਸੈਕੰਡ ਪਾਰਟ ਹੈ ਉਸ ਨਾਲ ਰਿਲੇਟਡ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸੈਕੰਡ ਪਾਰਟ ਨੂੰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਰੀਡ ਕਰਾਂਗੇ। ਸਟੂਡੈਂਟਸ, ਤੁਸੀਂ ਇਸ ਲੈਸਨ ਦੀ ਸਟੋਰੀ ਨੂੰ, ਇਸ ਲੈਸਨ ਦਾ ਜੋ ਕਨਸੈਪਟ ਹੈ ਉਸ ਨੂੰ ਸਮਝਣ ਦੇ ਲਈ ਇਸ ਲੈਸਨ ਦੇ ਰਿਲੇਟਡ ਜੋ ਟੂ ਵੀਡੀਓਜ਼ ਬਣਾਈਆਂ ਗਈਆਂ ਨੇ, ਫਸਟ ਐਂਡ ਸੈਕੰਡ ਪਾਰਟ, ਉਹਨਾਂ ਨੂੰ ਕੇਅਰਫੁਲੀ ਵਾਚ ਕਰਨਾ ਐਂਡ ਕਨਸੈਪਟ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਨਾ। ਸੋ ਇਸ ਲੈਸਨ ਦੇ ਰਿਲੇਟਡ ਤੁਸੀਂ ਦੋਨੋਂ ਵੀਡੀਓਜ਼ ਨੂੰ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਇਸ ਸਟੋਰੀ ਦਾ ਕੰਪਲੀਟ ਕਨਸੈਪਟ ਸਮਝ ਆ ਸਕੇ। ਨਾਓ ਵੀ ਸਟਾਰਟ the second part. As I got quicker, I started having more free time and didn't really know what to do with it. Please, Dad, is there anything else you need help with? I am willing to do anything. Just lay it on me. Give me more chores. I remember pleading with Dad. ਨਰੇਟਰ ਕਹਿੰਦੀ ਹੈ ਕਿ ਜਿਉਂ ਹੀ ਮੇਰੀ ਕੰਮ ਕਰਨ ਦੀ ਸਪੀਡ, ਕੰਮ ਕਰਨ ਦੀ ਰਫਤਾਰ ਵਧੀ, ਮੇਰੇ ਕੋਲ ਹੋਰ ਜ਼ਿਆਦਾ ਸਮਾਂ ਖਾਲੀ ਹੋਣ ਲੱਗਾ, ਮੀਨਸ ਕਿ ਫ੍ਰੀ ਸਮਾਂ ਹੋਣ ਲੱਗਾ, ਅਤੇ ਮੈਨੂੰ ਸਮਝ ਨਾ ਆਉਂਦੀ ਕਿ ਉਸ ਖਾਲੀ ਸਮੇਂ ਵਿੱਚ ਮੈਂ ਕੀ ਕਰਨਾ ਹੈ। ਕਿਰਪਾ ਕਰਕੇ ਡੈਡ ਮੈਨੂੰ ਦੱਸੋ ਕਿ ਕੋਈ ਹੋਰ ਕੰਮ ਹੈ ਜਿਸ ਵਿੱਚ ਤੁਹਾਨੂੰ ਮੇਰੀ ਸਹਾਇਤਾ ਦੀ, ਮਦਦ ਦੀ ਜ਼ਰੂਰਤ ਹੋਵੇ। ਮੈਂ ਕੋਈ ਵੀ ਕੰਮ ਕਰਨ ਲਈ ਤਿਆਰ ਹਾਂ, ਬਸ ਉਹ ਕੰਮ ਮੇਰੇ 'ਤੇ ਛੱਡ ਦਿਓ। ਮੈਨੂੰ ਬਹੁਤ ਸਾਰੇ ਕੰਮ ਦਿਓ। ਮੈਨੂੰ ਯਾਦ ਹੈ ਕਿ ਮੈਂ ਡੈਡ ਦੀਆਂ ਮਿਹਨਤਾਂ ਕਰਦੀ ਰਹਿੰਦੀ। ਆਈ ਵਾਜ਼ obsessed. Any free time I had, I wanted to fill it with more work and more money. Since the summer break was almost over and I knew I would have less time once I started going to school again, so I wanted to work as much as possible during the break. ਮੇਰੇ ਉੱਤੇ ਕੰਮ ਦਾ ਜਨੂੰਨ ਸਵਾਰ ਸੀ। ਮੇਰੇ ਕੋਲ ਫ੍ਰੀ ਟਾਈਮ, ਖਾਲੀ ਸਮਾਂ ਹੁੰਦਾ, ਮੈਂ ਉਸ ਸਮੇਂ ਨੂੰ ਹੋਰ ਕੰਮ ਕਰਕੇ ਅਤੇ ਪੈਸੇ ਕਮਾ ਕੇ ਭਰਨਾ ਚਾਹੁੰਦੀ ਸੀ। ਜਦ ਗਰਮੀ ਦੀਆਂ ਛੁੱਟੀਆਂ ਲਗਭਗ ਖਤਮ ਹੋ ਗਈਆਂ, ਮੈਨੂੰ ਪਤਾ ਸੀ ਕਿ ਮੇਰੇ ਕੋਲ ਹੁਣ ਘੱਟ ਸਮਾਂ ਬਚੇਗਾ ਜਦ ਮੈਂ ਦੁਬਾਰਾ ਸਕੂਲ ਜਾਣਾ ਸ਼ੁਰੂ ਕੀਤਾ। ਇਸ ਲਈ ਮੈਂ ਛੁੱਟੀ ਦੇ ਸਮੇਂ ਦੌਰਾਨ ਜਿੰਨਾ ਸੰਭਵ ਹੋ ਸਕੇ ਮੈਂ ਵੱਧ ਤੋਂ ਵੱਧ ਕੰਮ ਕਰਨਾ ਚਾਹੁੰਦੀ ਸੀ। It took me a few months, but I eventually saved up enough to buy myself the Bell computer. It was a week before my birthday, and I went to the Bell Center to place an order. I knew it would take at least a week for the store to get it in case it was out of stock. I walked in and went straight to the employee sitting behind the front desk to ask if the computer was available. ਮੈਨੂੰ ਕੁਝ ਮਹੀਨੇ ਲੱਗੇ, ਪਰ
ਅਖੀਰ ਵਿੱਚ ਮੈਂ ਇੰਨਾ ਪੈਸਾ ਕਮਾ ਲਿਆ ਸੀ ਕਿ ਮੈਂ ਉਹਨਾਂ ਪੈਸਿਆਂ ਨਾਲ ਬੈੱਲ ਕੰਪਿਊਟਰ ਖਰੀਦ ਸਕਾਂ। ਮੇਰੇ ਜਨਮ ਦਿਨ ਤੋਂ ਇੱਕ ਹਫ਼ਤਾ ਪਹਿਲਾਂ ਦਾ ਸਮਾਂ ਸੀ ਅਤੇ ਮੈਂ ਬੈੱਲ ਕੰਪਿਊਟਰ ਦੇ ਸੈਂਟਰ ਵਿੱਚ ਆਰਡਰ ਦੇਣ ਲਈ ਗਈ। ਮੈਂ ਜਾਣਦੀ ਸੀ ਕਿ ਇਸ ਸਟੋਰ ਨੂੰ ਇਸ ਕੰਪਿਊਟਰ ਨੂੰ ਲੈਣ ਲਈ ਘੱਟ ਤੋਂ ਘੱਟ ਇੱਕ ਹਫ਼ਤੇ ਦਾ ਸਮਾਂ ਲੱਗੇਗਾ। ਜੇਕਰ ਇਸ ਸਟੋਰ ਵਿੱਚ ਇਹ ਕੰਪਿਊਟਰ ਨਾ ਹੋਇਆ, ਮੈਂ ਸਿੱਧਾ ਕਰਮਚਾਰੀ ਕੋਲ ਪੁੱਛਣ ਲਈ ਗਈ ਜੋ ਸਾਹਮਣੇ ਡੈਸਕ ਦੇ ਪਿੱਛੇ ਬੈਠਾ ਸੀ ਕਿ ਕੰਪਿਊਟਰ ਉਪਲਬਧ ਹੈ, ਭਾਵ ਜੋ ਕੰਪਿਊਟਰ ਮੈਂ ਖਰੀਦਣਾ ਚਾਹੁੰਦੀ ਸੀ ਕਿ ਉਹ ਹੈ। Oh, you don't need to buy that one. We have another one coming out soon. It is even faster and has double the storage, he said. ਕੰਪਿਊਟਰ ਕਰਮਚਾਰੀ ਨੇ ਕਿਹਾ ਕਿ ਤੁਹਾਨੂੰ ਉਹ ਕੰਪਿਊਟਰ ਖਰੀਦਣ ਦੀ ਲੋੜ ਨਹੀਂ ਹੈ। ਸਾਡੇ ਕੋਲ ਇੱਕ ਹੋਰ ਭਾਵ ਕੰਪਿਊਟਰ ਜਲਦੀ ਆ ਰਿਹਾ ਹੈ। ਇਹ ਉਸ ਤੋਂ ਵੀ ਜ਼ਿਆਦਾ ਤੇਜ਼ ਅਤੇ ਇਸ ਦੀ ਦੁੱਗਣੀ ਸਟੋਰੇਜ ਹੈ, ਉਸਨੇ ਕਿਹਾ। I got excited for a bit before he told me how much it would cost. I realized I would need another 2 months of doing chores to be able to afford it. मैं ਹੋਰ ज़्यादा excited ਹੋ ਗਈ, ਉਤੇਜਿਤ ਹੋ ਗਈ ਜਦ ਤੱਕ ਉਸਨੇ ਮੈਨੂੰ ਇਸ ਦੀ ਕੀਮਤ ਨਹੀਂ ਦੱਸੀ ਸੀ। ਮੈਂ ਮਹਿਸੂਸ ਕੀਤਾ ਕਿ ਮੈਨੂੰ ਇਸ ਨੂੰ ਖਰੀਦਣ ਦੇ ਲਈ ਯੋਗ ਹੋਣ ਲਈ ਹੋਰ 2 ਮਹੀਨੇ ਲੱਗ ਜਾਣਗੇ। That is when I realized how fast technology changes, and no matter how good a machine is, there will always be a better, faster model in the market before you fully get used to one you just got. ਜਦ ਮੈਨੂੰ ਇਹ ਅਹਿਸਾਸ ਹੋਇਆ ਕਿ ਕਿੰਨੀ ਤੇਜ਼ੀ ਨਾਲ ਟੈਕਨੋਲੋਜੀ ਬਦਲ ਜਾਂਦੀ ਹੈ ਅਤੇ ਇਹ ਕੋਈ ਮਹੱਤਤਾ ਨਹੀਂ ਰੱਖਦਾ ਕਿ ਤੁਹਾਡੀ ਮਸ਼ੀਨ ਕਿੰਨੀ ਵਧੀਆ ਹੈ। ਬਾਜ਼ਾਰ ਦੇ ਵਿੱਚ ਉਸ ਤੋਂ ਵੀ ਵਧੀਆ ਮਾਡਲ ਆ ਜਾਂਦਾ ਹੈ। ਜੋ ਮਸ਼ੀਨ ਤੁਸੀਂ ਖਰੀਦੀ ਹੁੰਦੀ ਹੈ ਅਤੇ ਅਜੇ ਤੁਸੀਂ ਉਸ ਦੇ ਆਦੀ ਵੀ ਨਹੀਂ ਹੋਏ ਹੁੰਦੇ। I decided that very moment not to buy the computer since I did not want to spend my hard-earned money on something that would go down in value within no time. I ended up investing all of it in savings account. This is how I learned the value of money. ਮੈਂ ਉਸੇ ਸਮੇਂ ਕੰਪਿਊਟਰ ਨਾ ਖਰੀਦਣ ਦਾ ਫੈਸਲਾ ਕੀਤਾ। ਮੈਂ ਆਪਣੀ ਮੁਸ਼ਕਲ ਨਾਲ ਕੀਤੀ ਹੋਈ ਕਮਾਈ ਉਸ ਚੀਜ਼ 'ਤੇ ਖਰਚ ਨਹੀਂ ਕਰਾਂਗੀ ਜਿਸ ਦੀ ਕੀਮਤ ਇੱਕ ਪਲ ਦੇ ਵਿੱਚ ਹੀ ਗਿਰ ਜਾਂਦੀ ਹੈ, ਮੀਨਸ ਕਿ ਡਾਊਨ ਹੋ ਜਾਂਦੀ ਹੈ। ਮੈਂ ਆਪਣੇ ਵਿਚਾਰਾਂ ਨੂੰ ਇਸ ਫੈਸਲੇ 'ਤੇ ਖ਼ਤਮ ਕੀਤਾ ਕਿ ਮੈਂ ਆਪਣੀ ਕਮਾਈ ਬਚਤ ਖਾਤੇ ਵਿੱਚ ਜਮ੍ਹਾਂ ਕਰਾਂਗੀ। ਇਸ ਪ੍ਰਕਾਰ ਮੈਂ ਪੈਸੇ ਦੀ ਕੀਮਤ ਬਾਰੇ ਸਿੱਖਿਆ। ਓਕੇ ਸਟੂਡੈਂਟਸ, I hope you will have cleared the concept of this lesson. Thank you.